3.5 ਮਿਲੀਅਨ ਮਤਲਬ 35 ਲੱਖ ਪੰਨੇ। ਲੰਘੀ 30 ਜਨਵਰੀ ਨੂੰ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ ਐਪਸਟੀਨ ਫਾਈਲਾਂ ਦਾ ਅੰਬਾਰ ਲਾ ਦਿੱਤਾ ਹੈ। ਪਰ ਇਸ ਵਾਰ ਇਹ ਕਹਾਣੀ ਸਿਰਫ ਅਮਰੀਕਾ ਦੀ ਨਹੀਂ ਹੈ। ਇਸ ਵਾਰ ਭਾਰਤ ਅਤੇ ਕਈ ਹੋਰ ਦੇਸ਼ਾਂ ਦੇ ਵੱਡੇ ਨਾਮ ਵੀ ਇਸ ਵਿੱਚ ਉਜਾਗਰ ਹੋਏ ਹਨ, ਜਿਨ੍ਹਾਂ ਨੇ ਦਿੱਲੀ ਤੋਂ ਲੈ ਕੇ ਵਾਸ਼ਿੰਗਟਨ ਤੱਕ ਹਲਚਲ ਮਚਾ ਦਿੱਤੀ ਹੈ। ਜ਼ਰਾ ਸੋਚੋ, ਅਨਿਲ ਅੰਬਾਨੀ ਵਰਗਾ ਕਾਰੋਬਾਰੀ ਐਪਸਟੀਨ ਵਰਗੇ ਇੱਕ ਸੈਕਸ ਅਪਰਾਧੀ ਨੂੰ ਇਹ ਮੈਸੇਜ ਕਿਉਂ ਕਰ ਰਿਹਾ ਸੀ ਕਿ ਲੀਡਰਸ਼ਿਪ ਤੁਹਾਡੀ ਮਦਦ ਚਾਹੁੰਦੀ ਹੈ? ਉਹ ਕਿਹੜੀ ਲੀਡਰਸ਼ਿਪ ਦੀ ਗੱਲ ਕਰ ਰਿਹਾ ਸੀ? ਸਿਰਫ ਇੰਨਾ ਹੀ ਨਹੀਂ, ਇਹਨਾਂ ਫਾਈਲਾਂ 'ਚ ਮੌਜੂਦ ਇੱਕ FBI ਮੈਮੋ ਇਹ ਦਾਅਵਾ ਕਰਦਾ ਹੈ ਕਿ ਦੁਨੀਆ ਦਾ ਸਭ ਤੋਂ ਤਾਕਤਵਰ ਰਾਸ਼ਟਰਪਤੀ ਡੋਨਾਲਡ ਟਰੰਪ ਖੁਦ ਸ਼ਾਇਦ ਇਜ਼ਰਾਈਲ ਦੀ ਖੁਫੀਆ ਏਜੰਸੀ ਮੁਸਾਦ ਦੇ ਹੱਥੋਂ ਕੰਪਰੋਮਾਈਜ਼ਡ ਸੀ। ਪਰ ਸਭ ਤੋਂ ਡਰਾਉਣਾ ਸੱਚ ਕੁਝ ਸ਼ਬਦਾਂ ਦੇ ਪਿੱਛੇ ਲੁਕਿਆ ਹੋਇਆ ਹੈ। ਐਪਸਟੀਨ ਦੀਆਂ ਕਈ ਈਮੇਲਾਂ ਵਿੱਚ ਪਿਜ਼ਾ, ਗ੍ਰੇਪ ਸੋਡਾ ਤੇ ਵੈਜੀਟੇਬਲ ਕਰੀਮ ਚੀਜ਼ ਵਰਗੀਆਂ ਖਾਣ ਪੀਣ ਦੀਆਂ ਚੀਜ਼ਾਂ ਦਾ ਜ਼ਿਕਰ ਹੈ। ਕੀ ਇਹ ਮਹਿਜ਼ ਖਾਣੇ ਦੀ ਗੱਲ ਹੋ ਰਹੀ ਸੀ ਜਾਂ ਇਹ ਇਨਸਾਨੀ ਤਸਕਰੀ ਲਈ ਕੋਈ ਕੋਡ ਵਰਡ ਸਨ? ਅਤੇ ਅੰਤ ਵਿੱਚ ਕਿ 9 ਅਗਸਤ 2019 ਦੀ ਉਸ ਰਾਤ ਨੂੰ ਕਿ ਐਪਸਟੀਨ ਸੱਚਮੁੱਚ ਮਰ ਗਿਆ ਸੀ ਜਾਂ ਕਹਾਣੀ ਕੁਝ ਹੋਰ ਹੈ? ਦੋਸਤੋ, ਸਭ ਤੋਂ ਪਹਿਲਾਂ ਆਪਾਂ ਐਪਸਟੀਨ ਦੇ ਇੰਡੀਆ ਕਨੈਕਸ਼ਨ ਦੀ ਗੱਲ ਕਰਾਂਗੇ ਤੇ ਇਸ ਕਨੈਕਸ਼ਨ ਵਿੱਚ ਜਿਸ ਆਦਮੀ ਦਾ ਨਾਮ ਵਾਰ-ਵਾਰ ਆਇਆ ਹੈ ਉਹ ਹੈ ਮਸ਼ਹੂਰ ਉਦਯੋਗਪਤੀ ਅਨਿਲ ਅੰਬਾਨੀ। ਰਿਲੀਜ਼ ਹੋਈਆਂ ਈਮੇਲਾਂ ਤੇ ਮੈਸੇਜਾਂ ਤੋਂ ਪਤਾ ਲੱਗਦਾ ਹੈ ਕਿ ਅਨਿਲ ਅੰਬਾਨੀ ਜੈਫਰੀ ਐਪਸਟੀਨ ਨਾਲ 2017 ਤੋਂ ਲੈ ਕੇ 2019 ਤੱਕ ਲਗਾਤਾਰ ਸੰਪਰਕ ਵਿੱਚ ਸੀ ਅਤੇ ਇਹਨਾਂ ਦੋਨਾਂ ਵਿਚਕਾਰ ਗੱਲਬਾਤ ਸਿਰਫ ਵਪਾਰਕ ਨਹੀਂ ਸੀ, ਸਿਆਸੀ ਵੀ ਸੀ। ਮਾਰਚ 2017 ਵਿੱਚ ਅਨਿਲ ਅੰਬਾਨੀ ਨੇ ਐਪਸਟੀਨ ਨੂੰ ਮੈਸੇਜ ਕਰਕੇ ਇੱਕ ਖਾਸ ਮਦਦ ਮੰਗੀ। ਉਸਨੇ ਲਿਖਿਆ ਕਿ ਲੀਡਰਸ਼ਿਪ ਤੁਹਾਡੀ ਮਦਦ ਚਾਹੁੰਦੀ ਹੈ, ਲੀਡਰਸ਼ਿਪ ਵੁੱਡ ਲਾਈਕ ਯੂਰ ਹੈਲਪ, ਤਾਂ ਜੋ ਉਹ ਜਲਦ ਤੋਂ ਜਲਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੈਰਡ ਕੁਸ਼ਨਰ ਤੇ ਸਲਾਹਕਾਰ ਸਟੀਵ ਬੈਨਨ ਨੂੰ ਮਿਲ ਸਕਣ। ਇੱਥੇ ਸਵਾਲ ਇਹ ਉੱਠਦਾ ਹੈ ਕਿ ਅੰਬਾਨੀ ਕਿਸ ਲੀਡਰਸ਼ਿਪ ਦੀ ਗੱਲ ਕਰ ਰਿਹਾ ਸੀ? ਕਿ ਉਹ ਭਾਰਤ ਸਰਕਾਰ ਦੇ ਕਿਸੇ ਅਧਿਕਾਰੀ ਜਾਂ ਨੇਤਾ ਲਈ ਲਾਬਿੰਗ ਕਰ ਰਿਹਾ ਸੀ? ਰਿਲੀਜ਼ ਹੋਈਆਂ ਫਾਈਲਾਂ ਮੁਤਾਬਕ 23 ਮਈ 2019 ਨੂੰ, ਮਤਲਬ ਭਾਰਤ ਦੀਆਂ ਲੋਕ ਸਭਾ ਚੋਣਾਂ ਦੇ ਰਿਜ਼ਲਟ ਦੇ ਦਿਨ, ਅਨਿਲ ਅੰਬਾਨੀ ਐਪਸਟੀਨ ਦੇ ਮੈਨਹੈਟਨ ਵਾਲੇ ਘਰ ਵਿੱਚ ਮੌਜੂਦ ਸੀ। ਉਸੇ ਰਾਤ ਐਪਸਟੀਨ ਨੇ ਸਟੀਵ ਬੈਨਨ ਨੂੰ ਮੈਸੇਜ ਕਰਕੇ ਕਿਹਾ ਸੀ ਕਿ ਮੋਦੀ ਦਾ ਬੰਦਾ ਮੋਦੀਜ਼ ਗਾਏ ਆਇਆ ਹੈ ਤੇ ਉਹ ਤੁਹਾਡੇ ਵਿਜ਼ਨ ਨਾਲ ਪੂਰੀ ਤਰ੍ਹਾਂ ਸਹਿਮਤ ਹੈ। ਐਪਸਟੀਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਮੋਦੀ ਸਾਡੇ ਨਾਲ ਹੈ, ਮੋਦੀ ਇਜ਼ ਔਨ ਬੋਰਡ। ਇਸ ਤੋਂ ਬਿਨਾਂ ਇਹਨਾਂ ਫਾਈਲਾਂ 'ਚ ਇੱਕ ਬਹੁਤ ਹੀ ਆਪੱਤੀਜਨਕ ਚੈਟ ਸਾਹਮਣੇ ਆਈ ਹੈ, ਜਿਸ ਵਿੱਚ ਐਪਸਟੀਨ ਅਨਿਲ ਅੰਬਾਨੀ ਲਈ ਇੱਕ ਸਵੀਡਨ ਦੀ ਲੰਮੀ ਗੋਰੀ ਕੁੜੀ ਟਾਲ ਸਵੈਡਿਸ਼ ਬਲੌਂਡ ਦਾ ਪ੍ਰਬੰਧ ਕਰਨ ਦੀ ਗੱਲ ਕਰਦਾ ਹੈ, ਜਿਸ ਤੇ ਅੰਬਾਨੀ 20 ਸਕਿੰਟ ਵੀ ਨਹੀਂ ਲਾਉਂਦਾ ਤੇ ਜਵਾਬ ਦਿੰਦਾ ਹੈ, ਹਾਂ ਕਰਵਾ ਦਿਓ। ਪਰ ਜਿਸ ਮਸਲੇ ਨੇ ਸਭ ਤੋਂ ਵੱਧ ਹੰਗਾਮਾ ਖੜਾ ਕੀਤਾ ਹੈ ਉਹ ਹੈ ਪ੍ਰਧਾਨ ਮੰਤਰੀ ਮੋਦੀ ਦਾ ਨਾਂ ਐਪਸਟੀਨ ਫਾਈਲਸ 'ਚ ਆਉਣਾ। ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਦਾ ਐਪਸਟੀਨ ਨਾਲ ਕੋਈ ਸਿੱਧਾ ਸੰਪਰਕ ਨਹੀਂ ਸੀ, ਪਰ ਐਪਸਟੀਨ ਦੀਆਂ ਈਮੇਲਾਂ ਵਿੱਚ ਉਹਨਾਂ ਦਾ ਜ਼ਿਕਰ ਬੜੇ ਹੀ ਅਜੀਬ ਤਰੀਕੇ ਨਾਲ ਕੀਤਾ ਗਿਆ ਹੈ। 6 ਜੁਲਾਈ 2017 ਨੂੰ ਜਦੋਂ ਪ੍ਰਧਾਨ ਮੰਤਰੀ ਮੋਦੀ ਇਜ਼ਰਾਈਲ ਦੇ ਦੌਰੇ ਤੇ ਸਨ, ਐਪਸਟੀਨ ਨੇ ਇੱਕ ਈਮੇਲ ਵਿੱਚ ਲਿਖਿਆ, ਭਾਰਤੀ ਪ੍ਰਧਾਨ ਮੰਤਰੀ ਮੋਦੀ ਨੇ ਮੇਰੀ ਸਲਾਹ ਮੰਨੀ ਤੇ ਉਹ ਅਮਰੀਕੀ ਰਾਸ਼ਟਰਪਤੀ ਦੇ ਫਾਇਦੇ ਲਈ ਇਜ਼ਰਾਈਲ ਵਿੱਚ ਨੱਚੇ ਤੇ ਗਾਏ। ਹੀ ਡਾਂਸਡ ਐਂਡ ਸੈਂਗ ਇਨ ਇਜ਼ਰਾਈਲ ਫॉर द ਬੈਨੀਫਿਟ ਆਫ US ਪ੍ਰੈਜ਼ੀਡੈਂਟ। ਐਪਸਟੀਨ ਨੇ ਅੱਗੇ ਲਿਖਿਆ ਕਿ ਇਹ ਤਰੀਕਾ ਕੰਮ ਕਰ ਗਿਆ, ਇਟ ਵਰਕਡ। ਹੁਣ ਇਸ ਨੱਚਣ ਅਤੇ ਗਾਉਣ ਦਾ ਕੀ ਮਤਲਬ ਸੀ? ਸ਼ਾਇਦ ਇੱਕ ਮੁਹਾਵਰਾ ਹੋਵੇ, ਇੱਕ ਮੈਟਾਫਰ ਹੋਵੇ। ਮਤਲਬ ਕਿ ਮੋਦੀ ਨੇ ਅਮਰੀਕਾ ਅਤੇ ਇਜ਼ਰਾਈਲ ਦੀ ਡਿਪਲੋਮੈਟਿਕ ਸਲਾਹ ਮੁਤਾਬਿਕ ਕੰਮ ਕੀਤਾ। ਹਾਲਾਂਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਇਸ ਨੂੰ ਇੱਕ ਅਪਰਾਧੀ ਦੀ ਬਕਵਾਸ ਕਰਾਰ ਦਿੱਤਾ ਹੈ। ਪਰ ਇੱਕ ਦੋਸ਼ੀ ਕਰਾਰ ਦਿੱਤੇ ਗਏ ਸੈਕਸ ਅਪਰਾਧੀ ਦਾ ਇਹ ਦਾਅਵਾ ਕਰਨਾ ਕਿ ਭਾਰਤ ਦਾ ਪ੍ਰਧਾਨ ਮੰਤਰੀ ਉਸ ਦੀ ਸਲਾਹ ਤੇ ਚੱਲ ਰਿਹਾ ਹੈ, ਆਪਣੇ ਆਪ ਵਿੱਚ ਬਹੁਤ ਗੰਭੀਰ ਹੈ। ਇਸ ਤੋਂ ਇਲਾਵਾ ਮੌਜੂਦਾ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਵੀ ਇਹਨਾਂ ਫਾਈਲਾਂ ਵਿੱਚ ਨਾਮ ਆਇਆ ਹੈ। ਦਸਤਾਵੇਜ਼ ਦੱਸਦੇ ਹਨ ਕਿ 2014 ਤੋਂ 2017 ਦਰਮਿਆਨ ਪੁਰੀ ਐਪਸਟੀਨ ਨਾਲ ਸੰਪਰਕ ਵਿੱਚ ਰਿਹਾ ਹੈ ਤੇ ਉਸ ਨਾਲ ਕਈ ਮੁਲਾਕਾਤਾਂ ਕੀਤੀਆਂ। ਹਾਲਾਂਕਿ ਪੁਰੀ ਦਾ ਕਹਿਣਾ ਹੈ ਕਿ ਮੁਲਾਕਾਤਾਂ ਸਿਰਫ ਪ੍ਰੋਫੈਸ਼ਨਲ ਸਨ, ਪਰ ਵਿਰੋਧੀ ਧਿਰ ਇਹ ਸਵਾਲ ਪੁੱਛ ਰਹੀ ਹੈ ਕਿ ਇੱਕ ਡਿਪਲੋਮੈਟ ਨੂੰ ਐਪਸਟੀਨ ਵਰਗੇ ਵਿਅਕਤੀ ਤੋਂ ਸਲਾਹ ਤੇ ਮਦਦ ਮੰਗਣ ਦੀ ਲੋੜ ਹੀ ਕੀ ਸੀ? ਜਦੋਂ 2008 ਵਿੱਚ ਹੀ ਐਪਸਟੀਨ ਇੱਕ ਸੈਕਸ ਅਪਰਾਧੀ ਸਾਬਤ ਹੋ ਚੁੱਕਾ ਸੀ, ਫਿਰ ਵੀ ਭਾਰਤੀ ਬਿਜ਼ਨਸਮੈਨ, ਭਾਰਤੀ ਡਿਪਲੋਮੈਟ ਉਸ ਨਾਲ ਗੂੜੇ ਸੰਬੰਧ ਕਿਉਂ ਬਣਾ ਰਹੇ ਸਨ? ਇਹ ਕਹਾਣੀ ਕੀ ਹੈ? ਐਪਸਟੀਨ ਇੰਨਾ ਮਹੱਤਵਪੂਰਨ ਕਿਉਂ ਸੀ? ਨਸ਼ਰ ਹੋਈਆਂ ਫਾਈਲਾਂ ਤੋਂ ਇਹ ਲੱਗਦਾ ਹੈ ਕਿ ਐਪਸਟੀਨ ਦੀ ਕਹਾਣੀ ਜਸੂਸੀ ਦੀ ਉਹ ਹਨੇਰੀ ਦੁਨੀਆ ਦੀ ਕਹਾਣੀ ਹੈ, ਜਿੱਥੇ ਬਲੈਕਮੇਲ ਕਿਸੇ ਕਰੰਸੀ ਵਾਂਗ ਕੰਮ ਕਰਦਾ ਹੈ। ਨਵੇਂ ਜਾਰੀ ਹੋਏ ਦਸਤਾਵੇਜ਼ਾਂ ਵਿੱਚ ਇੱਕ FBI ਮੈਮੋ ਸਾਹਮਣੇ ਆਇਆ ਹੈ, ਜਿਸ ਨੇ ਵਾਸ਼ਿੰਗਟਨ ਤੋਂ ਲੈ ਕੇ ਤੇਲ ਅਵੀਵ ਤੱਕ ਹਲਚਲ ਮਚਾ ਦਿੱਤੀ ਹੈ।
इस दस्तावेज मुताबिक एक अंडरकवर FBI मुखबर FBI ਇਨਫੋਰਮੈਂਟ ਨੇ ਏਜੰਸੀ ਨੂੰ ਸਾਫ਼-ਸਾਫ਼ ਦੱਸਿਆ ਹੈ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਜੈਫਰੀ ਐਪਸਟੀਨ ਦਰਅਸਲ ਇਜ਼ਰਾਈਲ ਦੀ ਖੁਫੀਆ ਏਜੰਸੀ ਮੁਸਾਦ ਦਾ ਇੱਕ ਜਸੂਸ ਸੀ। 2020 ਦੇ ਇਸ FBI ਮੈਮੋ ਵਿੱਚ ਇੱਕ ਬਹੁਤ ਹੀ ਗੰਭੀਰ ਦਾਅਵਾ ਵੀ ਕੀਤਾ ਗਿਆ ਹੈ ਕਿ ਆਪਣੇ ਪਿਛਲੇ ਕਾਰਜਕਾਲ ਦੌਰਾਨ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਇਜ਼ਰਾਈਲ ਦੁਆਰਾ ਕੰਪਰੋਮਾਈਜ਼ ਹੋ ਚੁੱਕਾ ਸੀ। ਮਤਲਬ ਪੰਜਾਬੀ 'ਚ ਕਹਿਣਾ ਹੋਵੇ ਤਾਂ ਟਰੰਪ ਦੀ ਚਾਬੀ ਇਜ਼ਰਾਈਲ ਦੇ ਹੱਥ ਵਿੱਚ ਸੀ। ਇਹ ਮੰਨਿਆ ਜਾਂਦਾ ਹੈ ਕਿ ਟਰੰਪ ਦੀ ਪ੍ਰੈਜ਼ੀਡੈਂਸੀ ਨੂੰ ਅਸਲ ਵਿੱਚ ਉਹ ਖੁਦ ਨਹੀਂ ਬਲਕਿ ਉਸ ਦਾ ਜਵਾਈ ਜੈਰਡ ਕੁਸ਼ਨਰ ਚਲਾ ਰਿਹਾ ਸੀ। ਟਰੰਪ ਦੀਆਂ ਪਾਲਸੀਆਂ ਪਿੱਛੇ ਅਸਲੀ ਦਿਮਾਗ ਉਸ ਦਾ ਹੀ ਸੀ। ਇਲਜ਼ਾਮ ਹੈ ਕਿ ਕੁਸ਼ਨਰ ਖਬਾਦ ਲੁਬਾਵਿਚ ਨਾਂ ਦੇ ਇੱਕ ਕੱਟੜਪੰਥੀ ਯਹੂਦੀ ਗਰੁੱਪ ਨਾਲ ਜੁੜਿਆ ਹੋਇਆ ਸੀ ਜੋ ਅਮਰੀਕੀ ਸਰਕਾਰ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਤੁਸੀਂ ਤਰਾਸਦੀ ਦੇਖੋ ਕਿ ਦੁਨੀਆ ਦਾ ਸਭ ਤੋਂ ਤਾਕਤਵਰ ਰਾਸ਼ਟਰਪਤੀ ਜੋ ਸਾਰੀ ਦੁਨੀਆ ਨੂੰ ਇਹ ਕਹਿ ਕੇ ਡਰਾਉਂਦਾ ਫਿਰਦਾ ਹੈ ਕਿ ਉਸ ਦੇ ਹੱਥ ਵਿੱਚ ਪਰਮਾਣੂ ਬਟਨ ਹੈ, ਉਸ ਦਾ ਖੁਦ ਦਾ ਬਟਨ ਕਿਸੇ ਹੋਰ ਦੇ ਹੱਥ ਵਿੱਚ ਹੈ। ਉਹ ਵਿਚਾਰਾ ਆਪਣੇ ਫੈਸਲੇ ਖੁਦ ਨਹੀਂ ਲੈ ਪਾ ਰਿਹਾ। ਪਰ ਇਸ ਸਾਜ਼ਿਸ਼ ਦਾ ਸੂਤਰਧਰ ਕੌਣ ਸੀ? ਇੱਥੇ ਨਾਮ ਆਉਂਦਾ ਹੈ ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ehud barak ਦਾ, ਜੋ ਕਿਸੇ ਸਮੇਂ ਇਜ਼ਰਾਈਲ ਦੀ ਮਿਲਟਰੀ ਇੰਟੈਲੀਜੈਂਸ ਦਾ ਹੈੱਡ ਵੀ ਰਹਿ ਚੁੱਕਾ ਹੈ। ਰਿਪੋਰਟਾਂ ਮੁਤਾਬਿਕ ehud barak ਨੇ 2013 ਤੋਂ 2017 ਦੇ ਵਿਚਕਾਰ ਐਪਸਟੀਨ ਦੇ ਨਿਊਯਾਰਕ ਵਾਲੇ ਘਰ ਦਾ 30 ਤੋਂ ਵੱਧ ਵਾਰ ਦੌਰਾ ਕੀਤਾ। ਮੈਂ ਇੱਥੇ ਫਿਰ ਦੱਸ ਦੇਵਾਂ ਕਿ ਐਪਸਟੀਨ 2008 ਵਿੱਚ ਹੀ ਛੋਟੀਆਂ ਬੱਚੀਆਂ ਦੀ ਜਿਸਮ ਫਰੋਸ਼ੀ ਲਈ ਦੋਸ਼ੀ ਸਾਬਿਤ ਹੋ ਚੁੱਕਾ ਸੀ ਤੇ ਇੱਕ ਬਦਨਾਮ ਡੀਲ ਤਹਿਤ ਸਿਰਫ 13 ਮਹੀਨੇ ਦੀ ਸਜ਼ਾ ਕੱਟ ਕੇ ਬਾਹਰ ਆਇਆ ਸੀ। ਵੈਸੇ ਇਸ ਬਾਰੇ ਆਪਾਂ ਪਿਛਲੀ ਵੀਡੀਓ ਵਿੱਚ ਵੀ ਗੱਲ ਕਰ ਚੁੱਕੇ ਹਾਂ ਤੇ ਜੇ ਕੋਈ ਦੋਸਤ ਉਹ ਵੀਡੀਓ ਦੁਬਾਰਾ ਦੇਖਣਾ ਚਾਹੁੰਦਾ ਹੈ ਤਾਂ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ। ਖੈਰ, FBI ਦੇ ਦਸਤਾਵੇਜ਼ਾਂ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਲਾਈਨ ਲਿਖੀ ਹੋਈ ਹੈ ਕਿ ਐਪਸਟੀਨ ਨੇ ehud barak ਦੇ ਅਧੀਨ ਜਸੂਸੀ ਦੀ ਟ੍ਰੇਨਿੰਗ ਲਈ। ਭਾਵੇਂ ਇਜ਼ਰਾਈਲ ਦਾ ਮੌਜੂਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਕਹਿ ਰਿਹਾ ਹੈ ਕਿ ਐਪਸਟੀਨ ਇਜ਼ਰਾਈਲੀ ਕੰਮ ਨਹੀਂ ਕਰਦਾ ਸੀ, ਪਰ ਦਸਤਾਵੇਜ਼ ਝੂਠ ਨਹੀਂ ਬੋਲਦੇ। ਐਪਸਟੀਨ ਦਾ ਕੇਸ ਸਿਰਫ ਸਿਆਸਤਦਾਨਾਂ ਤੱਕ ਸੀਮਿਤ ਨਹੀਂ ਹੈ। ਲੀਕ ਹੋਈਆਂ ਆਡੀਓ ਰਿਕਾਰਡਿੰਗਸ ਤੇ ਈਮੇਲਾਂ ਵਿੱਚ ਐਪਸਟੀਨ ਨੇ ਖੁਦ ਦਾਅਵਾ ਕੀਤਾ ਹੈ ਕਿ ਉਹ ਮਸ਼ਹੂਰ ਰੋਥਸ਼ਾਈਲਡ ਫੈਮਿਲੀ ਦੇ ਬਿਹਾਫ ਤੇ ਕੰਮ ਕਰਦਾ ਸੀ। ਇਹ ਉਹੀ ਪਰਿਵਾਰ ਹੈ ਜਿਸ ਬਾਰੇ ਇਹ ਆਮ ਪ੍ਰਚਾਰ ਹੈ ਕਿ ਦੁਨੀਆ ਦੇ ਬੈਂਕਿੰਗ ਸਿਸਟਮ ਨੂੰ ਕੰਟਰੋਲ ਕਰਦਾ ਹੈ, ਇਲੂਮੀਨਾਟੀ ਦਾ ਹਿੱਸਾ ਹੈ। ਇਹ ਵੱਖਰੀ ਗੱਲ ਹੈ ਕਿ ਇਲੂਮੀਨਾਟੀ ਦੇ ਹੋਣ ਜਾਂ ਨਾ ਹੋਣ ਤੇ ਬਹਿਸ ਹੈ, ਤੇ ਜੇ ਤੁਸੀਂ ਚਾਹੁੰਦੇ ਹੋ ਕਿ ਆਪਾਂ ਇਸ ਤੇ ਕੋਈ ਵੀਡੀਓ ਬਣਾਈਏ ਤਾਂ ਕਮੈਂਟਾਂ 'ਚ ਜ਼ਰੂਰ ਦੱਸਿਓ। ਖੈਰ, ਇਹ ਜਸੂਸੀ ਦਾ ਸਿਲਸਿਲਾ ਨਵਾਂ ਨਹੀਂ ਹੈ। ਐਪਸਟੀਨ ਦੀ ਕ੍ਰਾਈਮ ਪਾਰਟਨਰ ਤੇ ਉਸ ਦੀ ਗਰਲਫ੍ਰੈਂਡ ਗਿਲੇਨ ਮੈਕਸਵੈਲ ਦਾ ਪਿਓ ਰੌਬਰਟ ਮੈਕਸਵੈਲ ਵੀ ਮੁਸਾਦ ਦਾ ਇੱਕ ਸੁਪਰ ਜਸੂਸ ਸੀ। ਐਪਸਟੀਨ ਨੇ ਸਿਰਫ ਇੱਕ ਸੈਕਸ ਰਿੰਗ ਨਹੀਂ ਚਲਾਈ, ਉਸਨੇ ਆਪਣੇ ਸਹੁਰੇ ਰੌਬਰਟ ਮੈਕਸਵੈਲ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਇੱਕ ਹਨੀ ਟ੍ਰੈਪ ਆਪਰੇਸ਼ਨ ਚਲਾਇਆ। ਉਸ ਦਾ ਕੰਮ ਸੀ ਅਮੀਰ ਅਤੇ ਤਾਕਤਵਰ ਲੋਕਾਂ ਦੀਆਂ ਕਮਜ਼ੋਰੀਆਂ ਨੂੰ ਰਿਕਾਰਡ ਕਰਨਾ, ਚਾਹੇ ਉਹ ਟਰੰਪ ਹੋਵੇ, ਕਲਿੰਟਨ ਹੋਵੇ ਜਾਂ ਕੋਈ ਹੋਰ, ਤੇ ਫਿਰ ਉਹਨਾਂ ਨੂੰ ਇਜ਼ਰਾਈਲ ਜਾਂ ਹੋਰ ਤਾਕਤਾਂ ਦੇ ਹੱਕ ਵਿੱਚ ਵਰਤਣਾ। ਦੋਸਤੋ, ਹੁਣ ਗੱਲ ਕਰਦੇ ਹਾਂ ਟੈਕ ਦੀ ਦੁਨੀਆ ਦੇ ਬਾਦਸ਼ਾਹ ਐਲਨ ਮਸਕ ਦੀ, ਜਿਸ ਨੂੰ ਆਪਣੇ 'ਚੋਂ ਬਹੁਤੇ ਵਿਜ਼ਨਰੀ ਮੰਨਦੇ ਹੋਣਗੇ, ਜੋ ਮੰਗਲ ਗ੍ਰਹਿ ਤੇ ਬਸਤੀਆਂ ਵਸਾਉਣ ਦੀ ਗੱਲ ਕਰਦਾ ਹੈ, ਜੋ ਕਹਿੰਦਾ ਸੀ ਕਿ ਟਰੰਪ ਇਸ ਲਈ ਐਪਸਟੀਨ ਫਾਈਲਸ ਰਿਲੀਜ਼ ਨਹੀਂ ਕਰ ਰਿਹਾ ਕਿਉਂਕਿ ਟਰੰਪ ਦਾ ਨਾਂ ਉਹਨਾਂ ਫਾਈਲਾਂ ਵਿੱਚ ਹੈ। ਪਰ ਹੁਣ ਖੁਦ ਮਸਕ ਦਾ ਨਾਂ ਇਹਨਾਂ ਫਾਈਲਾਂ 'ਚ ਆ ਗਿਆ ਹੈ। ਮਸਕ ਨੇ ਟਵੀਟ ਕਰਕੇ ਇਹ ਦਾਅਵਾ ਵੀ ਕੀਤਾ ਸੀ ਕਿ ਐਪਸਟੀਨ ਨੇ ਉਸ ਨੂੰ ਆਪਣੇ ਟਾਪੂ ਤੇ ਬੁਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ, ਪਰ ਉਸਨੇ ਐਪਸਟੀਨ ਨੂੰ ਸਾਫ਼ ਮਨਾ ਕਰ ਦਿੱਤਾ ਸੀ। ਪਰ ਲੱਗਦਾ ਹੈ ਕਿ ਮਸਕ ਸਾਹਿਬ ਦੀ ਯਾਦਾਸ਼ਤ ਕਾਫੀ ਕਮਜ਼ੋਰ ਹੈ, ਕਿਉਂਕਿ ਰਿਲੀਜ਼ ਹੋਈਆਂ ਈਮੇਲਾਂ ਦੱਸਦੀਆਂ ਨੇ ਕਿ ਮਸਕ ਨੇ ਕੋਈ ਇਨਕਾਰ ਨਹੀਂ ਕੀਤਾ, ਸਗੋਂ ਉਹ ਤਾਂ ਖੁਦ ਐਪਸਟੀਨ ਨੂੰ ਈਮੇਲ ਕਰਕੇ ਮਿਲਣ ਦਾ ਸਮਾਂ ਮੰਗ ਰਿਹਾ ਸੀ। ਇੱਕ ਈਮੇਲ ਵਿੱਚ ਮਸਕ ਪੁੱਛਦਾ ਹੈ, ਇਜ਼ ਦੇਅਰ ਅ ਗੁੱਡ ਟਾਈਮ ਟੂ ਵਿਜ਼ਿਟ, ਮਤਲਬ ਮੈਂ ਕਦੋਂ ਆ ਸਕਦਾ ਹਾਂ। ਤੇ ਫਿਰ ਇੱਕ ਈਮੇਲ ਵਿੱਚ ਉਹ ਇੱਕ ਅਜਿਹਾ ਸਵਾਲ ਪੁੱਛਦਾ ਹੈ ਜੋ ਉਸ ਦੀ ਮਾਨਸਿਕਤਾ ਨੂੰ ਨੰਗਾ ਕਰ ਦਿੰਦਾ ਹੈ। ਮਸਕ ਲਿਖਦਾ ਹੈ, what day will be the wildest party on your island, ਮਤਲਬ ਤੁਹਾਡੇ ਟਾਪੂ ਤੇ ਜੰਗਲ 'ਚ ਮੰਗਲ ਲਵਾਉਣ ਵਾਲੀ ਪਾਰਟੀ ਕਿਸ ਦਿਨ ਹੋਏਗੀ। ਉਹ ਅੱਗੇ ਲਿਖਦਾ ਹੈ, I really want to let loose, ਮੈਂ ਖੁੱਲ੍ਹ ਕੇ ਜੀਣਾ ਚਾਹੁੰਦਾ ਹਾਂ। ਮੈਂ ਫਿਰ ਯਾਦ ਦਿਵਾ ਦੇਵਾਂ, ਇਹ ਗੱਲ 2012-13 ਦੀ ਹੈ। ਐਪਸਟੀਨ ਨੂੰ 2008 ਵਿੱਚ ਹੀ ਬੱਚਿਆਂ ਦੇ ਸ਼ੋਸ਼ਣ ਲਈ ਸਜ਼ਾ ਹੋ ਚੁੱਕੀ ਸੀ। ਮਸਕ ਨੂੰ ਪਤਾ ਸੀ ਉਹ ਕਿਸ ਨਾਲ ਗੱਲ ਕਰ ਰਿਹਾ ਹੈ। ਇੱਕ ਸੈਕਸ ਅਪਰਾਧੀ ਦੇ ਟਾਪੂ ਤੇ ਜੰਗਲ 'ਚ ਮੰਗਲ ਕਰਨ ਦੀ ਮੰਗ ਕਰਨ ਦਾ ਕੀ ਮਤਲਬ ਹੋ ਸਕਦਾ ਹੈ? ਮੰਗਲ ਗ੍ਰਹਿ ਤੇ ਜਾਣਾ ਤਾਂ ਬਿਲਕੁਲ ਨਹੀਂ ਹੋ ਸਕਦਾ। ਪਰ ਦੋਸਤੋ, ਇਹ ਖੇਡ ਸਿਰਫ ਸੈਕਸ ਜਾਂ ਪਾਰਟੀਆਂ ਦੀ ਨਹੀਂ ਹੈ, ਸਗੋਂ ਪੈਸੇ ਦੀ ਵੀ ਹੈ।
ਰਾਜਨੇਤਾ ਤੇ ਅਪਰਾਧੀ ਮਿਲ ਕੇ ਆਮ ਜਨਤਾ ਨੂੰ ਕਿਵੇਂ ਲੁੱਟਦੇ ਹਨ, ਇਸ ਕਹਾਣੀ ਵਿੱਚ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ ਬ੍ਰਿਟੇਨ ਦਾ ਵੱਡਾ ਸਿਆਸਤਦਾਨ ਪੀਟਰ ਮੈਡਲਸਨ। ਫਾਈਲਾਂ ਮੁਤਾਬਕ ਮੈਡਲਸਨ ਨੇ ਐਪਸਟੀਨ ਨੂੰ ਅਜਿਹੀ ਸਰਕਾਰੀ ਜਾਣਕਾਰੀ, ਇਨਸਾਈਡਰ ਇਨਫੋਰਮੇਸ਼ਨ ਲੀਕ ਕੀਤੀ ਜਿਸ ਨਾਲ ਕਰੋੜਾਂ ਡਾਲਰ ਬਣਾਏ ਜਾ ਸਕਦੇ ਸਨ। ਜਦੋਂ 2008 ਦਾ ਵਿੱਤੀ ਸੰਕਟ ਚੱਲ ਰਿਹਾ ਸੀ, ਮੈਡਲਸਨ ਨੇ ਐਪਸਟੀਨ ਨੂੰ ਬ੍ਰਿਟਿਸ਼ ਸਰਕਾਰ ਦੁਆਰਾ ਸਰਕਾਰੀ ਸੰਪત્ਤੀਆਂ ਵੇਚਣ ਬਾਰੇ ਗੁਪਤ ਜਾਣਕਾਰੀ ਭੇਜੀ। ਇੱਥੋਂ ਤੱਕ ਕਿ ਜਦੋਂ ਗ੍ਰੀਸ ਆਰਥਿਕ ਤੌਰ ਤੇ ਡੁੱਬ ਰਿਹਾ ਸੀ, ਮੈਡਲਸਨ ਨੇ ਐਪਸਟੀਨ ਨੂੰ 500 ਬਿਲੀਅਨ ਯੂਰੋ ਦੇ ਬੇਲਆਊਟ ਬਾਰੇ ਜਨਤਕ ਐਲਾਨ ਹੋਣ ਤੋਂ ਪਹਿਲਾਂ ਹੀ ਦੱਸ ਦਿੱਤਾ ਸੀ। ਸੋਚੋ, ਜੇ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਵੇ ਕਿ ਮਾਰਕੀਟ ਕਿੱਧਰ ਨੂੰ ਜਾਣੀ ਹੈ ਤਾਂ ਤੁਸੀਂ ਕਿੰਨੇ ਪੈਸੇ ਬਣਾ ਸਕਦੇ ਹੋ। ਦੋਸਤੋ, ਇਹ ਰੀਅਲ ਲਾਈਫ ਸਕੁਇਡ ਗੇਮ ਹੈ। ਇਹ ਲੋਕ ਕੁਝ ਵੀ ਪੈਦਾ ਨਹੀਂ ਕਰਦੇ, ਇਹ ਸਿਰਫ ਸੱਟਾ ਲਾਉਂਦੇ ਹਨ ਸਾਡੀ ਮਿਹਨਤ ਤੇ, ਸਾਡੇ ਟੈਕਸਾਂ ਤੇ, ਸਾਡੇ ਭਵਿੱਖ ਤੇ। ਇੱਕ ਦੂਜੇ ਨੂੰ ਬਚਾਉਂਦੇ ਹਨ ਕਿਉਂਕਿ ਇਹ ਜਾਣਦੇ ਹਨ ਕਿ ਜੇ ਅੱਜ ਇੱਕ ਡਿੱਗਿਆ ਹੈ ਤਾਂ ਕੱਲ੍ਹ ਨੂੰ ਦੂਜੇ ਦੀ ਵਾਰੀ ਆਏਗੀ। ਇਹ ਫਾਈਲਾਂ ਉਸ ਗਿਰਾਵਟ ਦਾ ਸਬੂਤ ਹਨ। ਦੋਸਤੋ, ਹੁਣ ਗੱਲ ਕਰਦੇ ਹਾਂ ਇੱਕ ਅਜਿਹੀ ਸਾਜ਼ਿਸ਼ ਦੀ ਜਿਸ ਨੇ ਅੱਜ ਤੋਂ 10 ਸਾਲ ਪਹਿਲਾਂ ਸੰਨ 2016 ਵਿੱਚ ਜਨਮ ਲਿਆ ਸੀ। ਉਸ ਸਾਜ਼ਿਸ਼ ਦਾ ਨਾਂ ਸੀ ਪਿਜ਼ਾਗੇਟ। ਉਸ ਸਮੇਂ ਵਿਕੀਲੀਕਸ ਨੇ ਹਿਲਰੀ ਕਲਿੰਟਨ ਦੇ ਰਾਸ਼ਟਰਪਤੀ ਚੋਣਾਂ ਦੇ ਕੈਂਪੇਨ ਮੈਨੇਜਰ ਦੀਆਂ ਕੁਝ ਈਮੇਲਾਂ ਲੀਕ ਕੀਤੀਆਂ ਸਨ। ਲੋਕਾਂ ਨੇ ਦੇਖਿਆ ਕਿ ਉਹਨਾਂ ਈਮੇਲਾਂ ਵਿੱਚ ਖਾਣੇ ਦੇ ਨਾਮ ਬਹੁਤ ਅਜੀਬ ਢੰਗ ਨਾਲ, ਬਹੁਤ ਅਜੀਬ ਤਰੀਕੇ ਨਾਲ ਵਰਤੇ ਗਏ ਸਨ। ਕੁਝ ਨੇ ਦਾਅਵਾ ਕੀਤਾ ਕਿ ਪਿਜ਼ਾ, ਚੀਜ਼ ਤੇ ਪਾਸਤਾ ਵਰਗੇ ਸ਼ਬਦ ਬੱਚਿਆਂ ਦੇ ਸ਼ੋਸ਼ਣ ਜਾਂ ਉਹਨਾਂ ਦੀ ਤਸਕਰੀ ਲਈ ਕੋਈ ਕੋਡ ਵਰਡ ਹਨ। ਵਾਸ਼ਿੰਗਟਨ ਦੇ ਕੋਮੇਟ ਪਿੰਗ ਪੋਂਗ ਨਾਂ ਦੇ ਇੱਕ ਰੈਸਟੋਰੈਂਟ ਤੇ ਵੀ ਕੁਝ ਲੋਕਾਂ ਨੇ ਇਲਜ਼ਾਮ ਲਗਾਇਆ ਸੀ, ਪਰ ਉਸ ਸਮੇਂ ਮੀਡੀਆ ਨੇ ਇਸ ਨੂੰ ਫੇਕ ਨਿਊਜ਼ ਕਹਿ ਕੇ ਰੱਦ ਕਰ ਦਿੱਤਾ ਸੀ। ਦੁਨੀਆ ਨੇ ਪਿਜ਼ਾਗੇਟ ਨੂੰ ਇੱਕ ਮਜ਼ਾਕ ਸਮਝ ਕੇ ਭੁਲਾ ਦਿੱਤਾ ਸੀ। ਪਰ ਅੱਜ 2026 ਵਿੱਚ ਜਦੋਂ ਜੈਫਰੀ ਐਪਸਟੀਨ ਦੀਆਂ 35 ਲੱਖ ਫਾਈਲਾਂ ਦਾ ਪਟਾਰਾ ਖੁੱਲ੍ਹਿਆ ਹੈ ਤਾਂ ਉਸ ਮਰੀ ਹੋਈ ਸਾਜ਼ਿਸ਼ ਨੇ ਆਪਣੀ ਕਬਰ ਵਿੱਚੋਂ ਆਪਣਾ ਹੱਥ ਬਾਹਰ ਕੱਢ ਲਿਆ ਹੈ, ਕਿਉਂਕਿ ਇਹਨਾਂ ਨਵੀਆਂ ਫਾਈਲਾਂ ਵਿੱਚ ਸਾਨੂੰ ਫਿਰ ਉਹੀ ਸ਼ਬਦ ਮਿਲ ਰਹੇ ਹਨ। ਸ਼ਾਇਦ ਉਹ ਰੈਸਟੋਰੈਂਟ ਗਲਤ ਸੀ, ਸ਼ਾਇਦ ਉਹ ਜਗ੍ਹਾ ਗਲਤ ਸੀ, ਪਰ ਭਾਸ਼ਾ, ਲੈਂਗੁਏਜ ਸਹੀ ਸੀ। ਐਪਸਟੀਨ ਅਤੇ ਉਸਦੇ ਅਰਬਪਤੀ ਦੋਸਤਾਂ ਵਿਚਕਾਰ ਹੋਈਆਂ ਈਮੇਲਾਂ ਸਾਬਿਤ ਕਰਦੀਆਂ ਹਨ ਕਿ ਉਹ ਆਮ ਇਨਸਾਨਾਂ ਵਾਂਗ ਗੱਲ ਨਹੀਂ ਸੀ ਕਰਦੇ। ਉਹਨਾਂ ਦੀ ਗੱਲਬਾਤ ਕਿਸੇ ਕੋਡ ਵਿੱਚ ਸੀ। ਜ਼ਰਾ ਇਸ ਈਮੇਲ ਨੂੰ ਧਿਆਨ ਨਾਲ ਸੁਣੋ। ਐਪਸਟੀਨ ਆਪਣੇ ਇੱਕ ਦੋਸਤ ਨੂੰ ਪੁੱਛਦਾ ਹੈ, "What time do you want to get pizza and grape soda tomorrow?" ਕੱਲ ਪਿਜ਼ਾ ਅਤੇ ਗ੍ਰੇਪ ਸੋਡਾ ਲੈਣ ਲਈ ਕਿਹੜਾ ਸਮਾਂ ਸਹੀ ਰਹੇਗਾ? ਤੁਸੀਂ ਸੋਚੋਗੇ ਕਿ ਇਸ ਵਿੱਚ ਕੀ ਗਲਤ ਹੈ। ਦੋਸਤੋ, ਇਹ ਲੋਕ ਦੁਨੀਆ ਦੇ ਸਭ ਤੋਂ ਅਮੀਰ ਲੋਕ ਹਨ। ਇਹ ਹਜ਼ਾਰਾਂ ਡਾਲਰਾਂ ਦੀ ਸ਼ੈਂਪੇਨ ਪੀਂਦੇ ਹਨ, ਕੈਵੀਅਰ ਖਾਂਦੇ ਹਨ। ਇਹ ਬੱਚਿਆਂ ਵਾਲਾ ਸਸਤਾ ਗ੍ਰੇਪ ਸੋਡਾ ਪੀਣ ਲਈ ਇੰਨੇ ਕਾਹਲੇ ਕਿਉਂ ਸਨ? ਕਿ ਗ੍ਰੇਪ ਸੋਡਾ ਕੋਈ ਕੋਡ ਸੀ? ਜੇ ਤੁਹਾਨੂੰ ਅਜੇ ਵੀ ਯਕੀਨ ਨਹੀਂ ਤਾਂ ਇੱਕ ਦੂਜੀ ਈਮੇਲ ਦੇਖੋ। ਐਪਸਟੀਨ ਲਿਖਦਾ ਹੈ, "This is better than a Chinese cookie. Let's go for pizza and grape soda again. No one else can understand." ਆਖਰੀ ਲਾਈਨ ਤੇ ਧਿਆਨ ਦਿਓ, "No one can understand." ਮਤਲਬ ਹੋਰ ਕੋਈ ਨਹੀਂ ਸਮਝ ਸਕਦਾ। ਜੇ ਸਿਰਫ ਖਾਣ ਪੀਣ ਦੀ ਚੀਜ਼ ਦੀ ਗੱਲ ਹੁੰਦੀ ਤਾਂ ਇਹ ਲਿਖਣ ਦੀ ਕੀ ਲੋੜ ਸੀ ਕਿ ਹੋਰ ਕੋਈ ਨਹੀਂ ਸਮਝ ਸਕਦਾ। ਉਹ ਖੁਦ ਕਬੂਲ ਕਰ ਰਹੇ ਹਨ ਕਿ ਪਿਜ਼ਾ ਅਤੇ ਗ੍ਰੇਪ ਸੋਡਾ ਦਾ ਮਤਲਬ ਉਹ ਨਹੀਂ ਜੋ ਅਸੀਂ ਸਮਝਦੇ ਹਾਂ। ਇੱਕ ਗੁਪਤ ਭਾਸ਼ਾ ਸੀ ਜੋ ਸਿਰਫ ਇਸ ਕਲੱਬ ਦੇ ਮੈਂਬਰ ਹੀ ਜਾਣਦੇ ਸਨ। ਹੋਰ ਈਮੇਲਾਂ ਵਿੱਚ ਲਿਖਿਆ ਹੈ, "Send pizza to Bobby and your pizza is yummy yummy." ਜਦੋਂ ਤੁਸੀਂ ਇਹਨਾਂ ਨੂੰ ਇੱਕ ਪੈਟਰਨ ਵਿੱਚ ਦੇਖਦੇ ਹੋ ਤਾਂ ਸਮਝ ਆਉਂਦਾ ਹੈ ਕਿ ਪਿਜ਼ਾ ਸ਼ਾਇਦ ਇਨਸਾਨਾਂ ਜਾਂ ਸ਼ਾਇਦ ਬੱਚਿਆਂ ਲਈ ਵਰਤਿਆ ਗਿਆ ਸ਼ਬਦ, ਅਤੇ ਇਹ ਸਿਰਫ ਪਿਜ਼ਾ ਤੱਕ ਹੀ ਸੀਮਿਤ ਨਹੀਂ ਸੀ। ਜੁਲਾਈ 2019 ਦੀ ਉਹ ਬਦਨਾਮ ਈਮੇਲ ਦੇਖੋ, "There are millions of babies, very little good vegetable cream cheese." ਮਤਲਬ ਬੱਚੇ ਤਾਂ ਲੱਖਾਂ ਹਨ ਪਰ ਵਧੀਆ ਵੈਜੀਟੇਬਲ ਕਰੀਮ ਚੀਜ਼ ਬਹੁਤ ਘੱਟ ਹੈ। ਇੱਕ ਪਾਸੇ ਬੇਬੀਜ਼ ਤੇ ਦੂਜੇ ਪਾਸੇ ਕਰੀਮ ਚੀਜ਼। ਇਹ ਤੁਲਨਾ ਹੀ ਇੰਨੀ ਘਿਨਾਉਣੀ ਹੈ ਕਿ ਇਸ ਦਾ ਅਸਲ ਮਤਲਬ ਸੋਚ ਕੇ ਹੀ ਰੂਹ ਕੰਬ ਜਾਂਦੀ ਹੈ। ਪਰ ਦੋਸਤੋ, ਖਾਣੇ ਦੇ ਕੋਡ ਤਾਂ ਸਿਰਫ ਸ਼ੁਰੂਆਤ ਸਨ। ਫਾਈਲਾਂ ਵਿੱਚ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਬਿਨਾਂ ਕਿਸੇ ਕੋਡ ਦੇ ਹਨ, ਸਰੇਆਮ ਹਨ। ਐਪਸਟੀਨ ਕਿਸੇ ਨੂੰ ਮੈਸੇਜ ਕਰਦਾ ਹੈ, "I love the torture video." ਮੈਨੂੰ ਤਸੀਹੇ ਦੇਣ ਵਾਲੀ ਵੀਡੀਓ ਬਹੁਤ ਪਸੰਦ ਆਈ। ਇੱਥੇ ਕੋਈ ਪਿਜ਼ਾ ਨਹੀਂ, ਕੋਈ ਕਰੀਮ ਚੀਜ਼ ਦੀ ਗੱਲ ਨਹੀਂ, ਇੱਥੇ ਸਿੱਧਾ ਟੌਰਚਰ ਤਸੀਹੇ ਦੀ ਗੱਲ ਹੈ। ਇਹ ਵੀਡੀਓ ਭੇਜਣ ਵਾਲਾ ਕੋਈ ਅਮਰੀਕੀ ਨਹੀਂ ਸੀ, ਸਗੋਂ ਦੁਬਈ ਦਾ ਅਰਬਪਤੀ ਸੁਲਤਾਨ ਅਹਿਮਦ ਬਿਨ ਸੁਲੇਮ ਸੀ। ਹੋਰ ਸੁਣੋ, ਔਰਤਾਂ ਲਈ ਵੱਧ ਅਧਿਕਾਰਾਂ ਦੀ ਮੰਗ ਕਰਨ ਵਾਲੀ UAE ਦੀ ਇੱਕ ਡਿਪਲੋਮੈਟ ਹਿੰਦ ਅਲ ਓਵੈਸ ਦੀਆਂ ਐਪਸਟੀਨ ਨਾਲ ਕਾਫੀ ਆਪੱਤੀਜਨਕ ਈਮੇਲ ਸਾਹਮਣੇ ਆਈਆਂ ਹਨ। ਇੱਕ ਈਮੇਲ ਵਿੱਚ ਉਹ ਕਹਿੰਦੀ ਹੈ,
आई एम सो एक्साइटेड टू सी यू एंड इंट्रोड्यूस यू टू माई सिस्टर, शी इज़ इवन प्रिटियर दैन मी। मतलब मैं ਤੈਨੂੰ ਆਪਣੀ ਭੈਣ ਨੂੰ ਮਿਲਾਉਣਾ ਜਿਹੜੀ ਮੇਰੇ ਤੋਂ ਵੀ ਵੱਧ ਸੋਹਣੀ ਆ। ਹੈ ਨਾ ਕਮਾਲ। ਬੱਚਿਆਂ ਦਾ ਸ਼ੋਸ਼ਣ ਕਰਨ ਵਾਲੇ ਦੋਸ਼ੀ ਸਾਬਤ ਹੋ ਚੁੱਕੇ ਬੰਦੇ ਨੂੰ ਆਪਣੀ ਭੈਣ ਨਾਲ ਕਿਉਂ ਮਿਲਾ ਰਹੀ ਸੀ। ਮੈਨੂੰ ਇਸ ਔਰਤ ਦਾ ਇੱਕ ਬਿਆਨ ਯਾਦ ਆ ਰਿਹਾ ਹੈ ਜਿਸ ਨੇ ਕਿਹਾ ਸੀ, ਔਰਤਾਂ 'ਚ ਨਿਵੇਸ਼ ਕਰਨਾ ਨਾ ਸਿਰਫ ਸਹੀ ਗੱਲ ਹੈ ਸਗੋਂ ਸਮਝਦਾਰੀ ਦੀ ਗੱਲ ਵੀ ਹੈ। ਇਹ ਔਰਤਾਂ 'ਚ ਕਿਸ ਤਰ੍ਹਾਂ ਦੇ ਨਿਵੇਸ਼ ਦੀ ਗੱਲ ਕਰ ਰਹੀ ਸੀ, ਤੁਸੀਂ ਆਪ ਹੀ ਹੁਣ ਅੰਦਾਜ਼ਾ ਲਾ ਸਕਦੇ ਹੋ। ਹੁਣ ਆਪਾਂ ਉਸ ਸਵਾਲ ਵੱਲ ਆਉਂਦੇ ਹਾਂ ਜਿਸ ਨੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਤੂਫਾਨ ਖੜਾ ਕਰ ਰੱਖਿਆ ਹੈ। ਇਹ ਸਵਾਲ ਹੈ ਕਿ ਐਪਸਟੀਨ ਜਿਉਂਦਾ ਹੈ। ਇੰਟਰਨੈਟ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜੈਫਰੀ ਐਪਸਟੀਨ, ਜਿਸ ਨੂੰ ਦੁਨੀਆ ਮਰਿਆ ਹੋਇਆ ਮੰਨਦੀ ਹੈ, ਉਹ ਅਸਲ ਵਿੱਚ ਜਿਉਂਦਾ ਹੈ ਅਤੇ ਇਜ਼ਰਾਈਲ ਦੇ ਤੇਲ ਅਵੀਵ ਦੀਆਂ ਸੜਕਾਂ ਤੇ ਬੇਖੌਫ ਘੁੰਮ ਰਿਹਾ ਹੈ। ਲੋਕ ਪੁੱਛ ਰਹੇ ਨੇ ਕਿ ਉਸ ਦੀ ਜਗ੍ਹਾ ਕਿਸੇ ਹੋਰ ਦੀ ਲਾਸ਼ ਰੱਖੀ ਗਈ ਸੀ। ਇਹ ਸਵਾਲ ਸੁਣਨ ਵਿੱਚ ਬਹੁਤ ਫਿਲਮੀ ਜਿਹਾ ਲੱਗਦਾ ਹੈ, ਪਰ ਆਓ ਪਹਿਲਾਂ ਇਸ ਵਾਇਰਲ ਤਸਵੀਰ ਦਾ ਸੱਚ ਜਾਣਦੇ ਹਾਂ। ਰਿਪਬਲਿਕ ਵਰਲਡ ਦੀ ਇੱਕ ਰਿਪੋਰਟ ਨੇ ਇਸ ਸਾਜ਼ਿਸ਼ ਦੀ ਵੈਸੇ ਤਾਂ ਫੂਕ ਕੱਢ ਦਿੱਤੀ ਹੈ। ਇਹ ਤਸਵੀਰ ਅਸਲੀ ਨਹੀਂ ਹੈ, ਇਹ ਆਰਟੀਫਿਸ਼ੀਅਲ ਇੰਟੈਲੀਜੈਂਸ AI ਰਾਹੀਂ ਬਣਾਈ ਗਈ ਹੈ। ਐਪਸਟੀਨ ਇਜ਼ਰਾਈਲ ਵਿੱਚ ਕੌਫੀ ਨਹੀਂ ਪੀ ਰਿਹਾ। ਪਰ ਦੋਸਤੋ, ਮਸਲਾ ਇੱਥੇ ਖਤਮ ਨਹੀਂ ਹੁੰਦਾ। ਇਸ ਤੋਂ ਪਹਿਲਾਂ ਕਿ ਤੁਸੀਂ ਸੋਚੋ ਕਿ ਸਭ ਕੋਰਾ ਝੂਠ ਹੈ, ਮੈਂ ਤੁਹਾਨੂੰ ਇੱਕ ਅਜਿਹੀ ਹਕੀਕਤ ਦੱਸਦਾ ਹਾਂ ਜੋ ਇਸ ਫੋਟੋ ਤੋਂ ਵੀ ਵੱਧ ਡਰਾਵਨੀ ਹੈ। ਐਪਸਟੀਨ ਸ਼ਾਇਦ ਇਜ਼ਰਾਈਲ ਵਿੱਚ ਨਹੀਂ ਹੈ, ਪਰ ਉਸ ਦੀ ਮੌਤ ਵਾਲੀ ਰਾਤ ਜੋ ਜੇਲ੍ਹ ਵਿੱਚ ਹੋਇਆ ਉਹ ਕਿਸੇ ਸਾਜ਼ਿਸ਼ ਤੋਂ ਘੱਟ ਨਹੀਂ ਸੀ। ਆਫੀਸ਼ੀਅਲੀ ਇਹ ਦੱਸਿਆ ਗਿਆ ਸੀ ਕਿ 9 ਅਗਸਤ 2019 ਦੀ ਰਾਤ ਨੂੰ ਐਪਸਟੀਨ ਦੇ ਹਾਈ ਸਿਕਿਉਰਿਟੀ ਸੈੱਲ ਵਿੱਚ ਕੋਈ ਨਹੀਂ ਗਿਆ ਸੀ। ਪਰ CBS ਨਿਊਜ਼ ਨੇ ਹੁਣੇ ਜਸਟਿਸ ਡਿਪਾਰਟਮੈਂਟ ਦੇ ਉਹ ਖੂਫੀਆ ਵੀਡੀਓ ਲੌਗਸ, ਵੀਡੀਓ ਰਿਕਾਰਡਸ ਜਨਤਕ ਕੀਤੇ ਹਨ ਜੋ ਕਿਸੇ ਸਾਜ਼ਿਸ਼ ਵੱਲ ਸੰਕੇਤ ਕਰਦੇ ਹਨ। ਇਨ੍ਹਾਂ ਲੌਗਸ ਮੁਤਾਬਿਕ ਰਾਤ ਦੇ 10:39 ਤੇ ਜੇਲ੍ਹ ਦੇ ਕੈਮਰਿਆਂ ਨੇ ਕੁਝ ਅਜੀਬ ਦੇਖਿਆ। ਰਿਪੋਰਟ ਵਿੱਚ ਲਿਖਿਆ ਹੈ, ਅ ਫਲੈਸ਼ ਆਫ ਔਰੇਂਜ ਲੁਕਸ ਟੂ ਬੀ ਗੋਇੰਗ ਅਪ ਦ ਸਟੇਅਰਸ, ਯਾਨੀ ਕਿ ਇੱਕ ਸੰਤਰੀ ਰੰਗ ਦਾ ਪਰਛਾਵਾਂ ਪੌੜੀਆਂ ਚੜ੍ਹਦਾ ਦਿਖਾਈ ਦਿੰਦਾ। ਹੁਣ ਸਵਾਲ ਇਹ ਉੱਠਦਾ ਹੈ, ਉਹ ਸੰਤਰੀ ਪਰਛਾਵਾਂ ਕੌਣ ਸੀ? CBS ਨਿਊਜ਼ ਮੁਤਾਬਿਕ FBI ਦੇ ਜਾਂਚਕਰਤਾਵਾਂ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਉਹ ਸ਼ਾਇਦ ਕੋਈ ਕੈਦੀ ਸੀ। ਪਰ ਜ਼ਰਾ ਸੋਚੋ, ਅਮਰੀਕਾ ਦੀ ਸਭ ਤੋਂ ਸੁਰੱਖਿਅਤ ਜੇਲ੍ਹ ਵਿੱਚ ਰਾਤ ਦੇ ਲਗਭਗ 11 ਵਜੇ ਇੱਕ ਕੈਦੀ ਬਿਨਾਂ ਰੋਕ-ਟੋਕ ਪੌੜੀਆਂ ਚੜ੍ਹ ਕੇ ਉਸ ਸੈੱਲ ਵੱਲ ਕਿਵੇਂ ਜਾ ਸਕਦਾ ਹੈ ਜਿੱਥੇ ਦੁਨੀਆ ਦਾ ਸਭ ਤੋਂ ਹਾਈ ਪ੍ਰੋਫਾਈਲ ਮੁਲਜ਼ਮ ਬੰਦ ਸੀ। ਦੂਜੇ ਪਾਸੇ ਜੇਲ੍ਹ ਦੇ ਇੰਸਪੈਕਟਰ ਜਨਰਲ ਨੇ ਕਹਾਣੀ ਬਦਲਣ ਦੀ ਥੋੜੀ ਕੋਸ਼ਿਸ਼ ਕੀਤੀ। ਉਸਨੇ ਕਿਹਾ ਕਿ ਨਹੀਂ, ਉਹ ਕੋਈ ਕੈਦੀ ਨਹੀਂ ਸੀ, ਬਲਕਿ ਇੱਕ ਗਾਰਡ ਸੀ ਜੋ ਚਾਦਰਾਂ ਲੈ ਕੇ ਜਾ ਰਿਹਾ ਸੀ। ਹੁਣ ਤੁਸੀਂ ਆਪ ਸੋਚੋ ਕਿ ਕੀ ਜੇਲ੍ਹ ਦੇ ਗਾਰਡ ਅੱਧੀ ਰਾਤ ਨੂੰ ਐਪਸਟੀਨ ਦੇ ਖੁਦਕੁਸ਼ੀ ਕਰਨ ਤੋਂ ਠੀਕ ਪਹਿਲਾਂ ਕੈਦੀਆਂ ਦੀਆਂ ਚਾਦਰਾਂ ਬਦਲਣ ਜਾਂਦੇ ਸੀ? ਜਾਂ ਫਿਰ ਉਹ ਸੰਤਰੀ ਪਰਛਾਵਾਂ ਕੋਈ ਅਜਿਹਾ ਵਿਅਕਤੀ ਸੀ ਜਿਸ ਨੂੰ ਉੱਥੇ ਕੰਮ ਤਮਾਮ ਕਰਨ ਲਈ ਭੇਜਿਆ ਗਿਆ ਸੀ? ਸ਼ੱਕ ਸਿਰਫ ਪੌੜੀਆਂ ਤੇ ਨਹੀਂ, ਸੈੱਲ ਦੇ ਅੰਦਰ ਵੀ ਹੈ। ਐਪਸਟੀਨ ਵਰਲਡ ਦੀ ਰਿਪੋਰਟ ਦੱਸਦੀ ਹੈ ਕਿ ਮੌਤ ਤੋਂ ਬਾਅਦ ਐਪਸਟੀਨ ਦੇ ਸੈੱਲ ਵਿੱਚ ਇੱਕ ਨੋਟ ਮਿਲਿਆ ਸੀ, ਹੱਥ ਲਿਖਿਆ ਨੋਟ। ਇਸ ਨੋਟ ਵਿੱਚ ਐਪਸਟੀਨ ਨੇ ਸ਼ਿਕਾਇਤ ਕੀਤੀ ਸੀ, ਜਾਇੰਟ ਬਰਗਸ ਆਰ ਕ੍ਰੋਲਿੰਗ ਓਵਰ ਮਾਈ ਹੈਂਡਸ, ਨੋ ਫਨ। ਮਤਲਬ ਮੇਰੇ ਹੱਥਾਂ ਤੇ ਵੱਡੇ ਕੀੜੇ ਤੁਰ ਰਹੇ ਹਨ। ਤੇ ਨੋਇਲ ਸੈਂਟ ਮੀ ਬਰਨਟ ਫੂਡ, ਮਤਲਬ ਨੋਇਲ ਨਾਂ ਦੇ ਗਾਰਡ ਨੇ ਮੈਨੂੰ ਸੜਿਆ ਹੋਇਆ ਭੋਜਨ ਭੇਜਿਆ। ਇਹ ਨੋਟ ਤੋਂ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਉਹ ਮਾਨਸਿਕ ਤੌਰ ਤੇ ਸੱਚੀਂ ਟੁੱਟ ਗਿਆ ਹੋਵੇ ਤੇ ਉਸਨੇ ਸੱਚਮੁੱਚ ਖੁਦਕੁਸ਼ੀ ਕਰ ਲਈ ਹੋਵੇ। ਪਰ ਫਿਰ ਉਹ ਸਬੂਤ ਸਾਹਮਣੇ ਆਉਂਦਾ ਹੈ ਜੋ ਖੁਦਕੁਸ਼ੀ ਦੀ ਥਿਊਰੀ ਨੂੰ ਹਿਲਾ ਕੇ ਰੱਖ ਦਿੰਦਾ ਹੈ। ਜਾਰੀ ਹੋਈਆਂ ਆਟੋਪਸੀ ਰਿਪੋਰਟਾਂ ਤੇ ਫੋਟੋਜ਼ ਦਿਖਾਉਂਦੀਆਂ ਹਨ ਕਿ ਐਪਸਟੀਨ ਦੇ ਗਲ ਦੀ ਹਾਇਓਡ ਬੋਨ ਟੁੱਟੀ ਹੋਈ ਸੀ। ਡਾਕਟਰ ਦੱਸਦੇ ਹਨ ਕਿ ਅਜਿਹਾ ਫ੍ਰੈਕਚਰ ਆਮ ਤੌਰ ਤੇ ਫਾਹਾ ਲੈਣ ਨਾਲ ਨਹੀਂ, ਸਗੋਂ ਗਲਾ ਘੁੱਟਣ, ਸਟ੍ਰੈਂਗੂਲੇਸ਼ਨ ਨਾਲ ਹੁੰਦਾ ਹੈ। ਤਸਵੀਰਾਂ ਵਿੱਚ ਐਪਸਟੀਨ ਦਾ ਚਿਹਰਾ ਲਾਲ ਤੇ ਸੁੱਜਿਆ ਹੋਇਆ ਸੀ, ਗਲ ਤੇ ਡੂੰਘਾ ਜ਼ਖਮ ਸੀ। ਉਸ ਨੂੰ ਬਚਾਉਣ ਲਈ CPR ਦਿੱਤਾ ਗਿਆ, ਛਾਤੀ ਤੇ ਇਲੈਕਟ੍ਰੋਡ ਲਗਾਏ ਗਏ, ਪਰ ਉਦੋਂ ਤੱਕ ਵੇਲਾ ਲੰਘ ਚੁੱਕਾ ਸੀ। ਸੋ ਦੋਸਤੋ, ਸੱਚ ਇਹੀ ਹੈ ਕਿ ਭਾਵੇਂ ਉਸਨੇ ਸੁਸਾਈਡ ਕੀਤਾ ਜਾਂ ਉਸਦਾ ਕਤਲ ਹੋਇਆ, ਉਹ ਮਰ ਚੁੱਕਾ ਹੈ। ਉਹ ਇਜ਼ਰਾਈਲ ਵਿੱਚ ਕੌਫੀ ਨਹੀਂ ਪੀ ਰਿਹਾ। ਪਰ CBS ਨਿਊਜ਼ ਦੁਆਰਾ ਬੇਨਕਾਬ ਕੀਤਾ ਗਿਆ ਉਹ ਸੰਤਰੀ ਪਰਛਾਵਾਂ ਕੌਣ ਸੀ? ਇਹ ਰਾਜ਼ ਸ਼ਾਇਦ ਐਪਸਟੀਨ ਨਾਲ ਹੀ ਦਫਨ ਹੋ ਗਿਆ ਹੈ। ਐਪਸਟੀਨ ਮਰ ਚੁੱਕਾ ਹੈ, ਪਰ ਉਸਦੇ ਗਾਹਕ, ਉਸਦੇ ਅਮੀਰ ਦੋਸਤ, ਉਹ ਅੱਜ ਵੀ ਆਜ਼ਾਦ ਹਨ, ਤਾਕਤਵਰ ਹਨ ਤੇ ਦੁਨੀਆ ਤੇ ਰਾਜ ਕਰ ਰਹੇ ਹਨ। ਸਾਨੂੰ ਤਾਂ ਬਸ ਇੱਕ ਐਪਸਟੀਨ ਦਾ ਪਤਾ ਲੱਗਿਆ ਹੈ। ਪਤਾ ਨਹੀਂ ਅਜਿਹੇ ਹੋਰ ਕਿੰਨੇ ਐਪਸਟੀਨ ਹੋਣਗੇ ਤੇ ਇਹਨਾਂ ਤਾਕਤਵਰ ਲੋਕਾਂ ਲਈ ਕਿਸੇ ਹੋਰ ਟਾਪੂ ਤੇ ਪਿਜ਼ਾ, ਗ੍ਰੇਪ ਸੋਡਾ ਤੇ ਕਰੀਮ ਚੀਜ਼ ਦਾ ਪ੍ਰਬੰਧ ਕਰ ਰਹੇ ਹੋਣਗੇ। ਐਪਸਟੀਨ ਮਰ ਗਿਆ ਹੈ, ਪਰ ਇਹ ਸਕੁਇਡ ਗੇਮ ਖਤਮ ਨਹੀਂ ਹੋਈ, ਬਸ ਖਿਡਾਰੀ ਬਦਲ ਗਏ ਹਨ।
ਪਰ ਅਸੀਂ ਸਵਾਲ ਪੁੱਛਦੇ ਰਹਾਂਗੇ, ਕਿਉਂਕਿ ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਮਿਟਾਇਆ ਨਹੀਂ ਜਾ ਸਕਦਾ। ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਧੰਨਵਾਦ।